ओम शांति। ਅੱਜ ਬਾਬਾ ਦੇ 31/12/2020 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਹਾਡੀ ਇਹ ਈਸ਼ਵਰੀय ਮਿਸ਼ਨ ਹੈ। ਤੁਸੀਂ ਸਾਰਿਆਂ ਨੂੰ ਈਸ਼ਵਰ ਦਾ ਬਣਾ ਕੇ ਉਹਨਾਂ ਨੂੰ ਬੇਹੱਦ ਦਾ ਵਰਸਾ ਦਿਵਾਉਂਦੇ ਹੋ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਕਰਮੇਂਦਰੀਆਂ ਦੀ ਚੰਚਲਤਾ ਸਮਾਪਤ ਕਦੋਂ ਹੋਵੇਗੀ? ਕਰਮੇਂਦਰੀਆਂ ਦੀ ਚੰਚਲਤਾ ਸਮਾਪਤ ਕਦੋਂ ਹੋਵੇਗੀ? ਉੱਤਰ ਵਿੱਚ ਬਾਬਾ ਨੇ ਕਿਹਾ, ਜਦੋਂ ਤੁਹਾਡੀ ਸਥਿਤੀ ਸਿਲਵਰ ਏਜ ਤੱਕ ਪਹੁੰਚੇਗੀ, ਅਰਥਾਤ ਜਦੋਂ ਆਤਮਾ ਤ੍ਰੇਤਾ ਦੀ ਸਤੋ ਸਟੇਜ ਤੱਕ ਪਹੁੰਚ ਜਾਵੇਗੀ ਤਾਂ ਕਰਮੇਂਦਰੀਆਂ ਦੀ ਚੰਚਲਤਾ ਬੰਦ ਹੋ ਜਾਵੇਗੀ। ਹੁਣ ਤੁਹਾਡੀ ਰਿਟਰਨ ਜਰਨੀ ਹੈ, ਮਨ ਵਾਪਸ ਜਾਣਾ ਹੈ। ਇਸ ਲਈ ਕਰਮੇਂਦਰੀਆਂ ਨੂੰ ਵਸ਼ ਵਿੱਚ ਰੱਖਣਾ ਹੈ। ਕੋਈ ਵੀ ਛਿਪਾ ਕੇ ਲੁਕੋ ਕੇ ਐਦਾਂ ਦਾ ਕਰਮ ਨਹੀਂ ਕਰਨਾ ਜੋ ਆਤਮਾ ਪਤਿਤ ਬਣ ਜਾਵੇ। ਅਵਿਨਾਸ਼ੀ ਸਰਜਨ ਤੁਹਾਨੂੰ ਜੋ ਪਰਹੇਜ਼ ਦੱਸ ਰਹੇ ਹਨ ਉਸ ਤੇ ਚੱਲਦੇ ਰਹੋ। गीत है आज, मुखड़ा देख ले प्राणी जरा दर्पण में। ओम शांति। रूहानी बच्चियां प्रति रूहानी बाप समझा रहे हैं, ना सिर्फ ਤੁਹਾਨੂੰ ਬੱਚਿਆਂ ਨੂੰ, ਜੋ ਵੀ ਸੱਚੇ ਬੱਚੇ रूहानी ਬੱਚੇ ਪ੍ਰਜਾਪਿਤਾ ਬ੍ਰਹਮਾ ਮੁਖ ਵੰਸ਼ਾਵਲੀ ਹਨ, ਉਹ ਜਾਣਦੇ ਹਨ। ਸਾਨੂੰ ਬ੍ਰਾਹਮਣਾਂ ਨੂੰ ਬਾਪ ਸਮਝਾਉਂਦੇ ਹਨ। ਪਹਿਲਾਂ ਤੁਸੀਂ ਸ਼ੂਦਰ ਸੀ, ਫਿਰ ਆ ਕੇ ਬ੍ਰਾਹਮਣ ਬਣੇ ਹੋ। ਬਾਬਾ ਨੇ ਵਰਣਾਂ ਦਾ ਵੀ ਹਿਸਾਬ ਦੱਸਿਆ ਹੈ ਨਾ। ਦੁਨੀਆ ਵਿੱਚ ਵਰਣਾਂ ਨੂੰ ਸਮਝਦੇ ਨਹੀਂ, ਸਿਰਫ ਗਾਇਨ ਹੈ। ਹੁਣ ਤੁਸੀਂ ਬ੍ਰਾਹਮਣ ਵਰਣ ਦੇ ਹੋ, ਫਿਰ ਦੇਵਤਾ ਵਰਣ ਦੇ ਬਣੋਗੇ। ਵਿਚਾਰ ਕਰੋ, ਇਹ ਗੱਲ ਸਹੀ ਹੈ ਨਾ। ਜੱਜ ਯੂਅਰਸੈਲਫ, ਮਾਨਾ ਬਾਬਾ ਕਹਿੰਦੇ ਤੁਸੀਂ ਆਪਣੇ ਆਪ ਨੂੰ ਜੱਜ ਕਰੋ। ਬਾਬਾ ਕਹਿੰਦੇ ਸਾਡੀ ਗੱਲ ਸੁਣੋ ਅਤੇ ਭੇਂਟ ਕਰੋ। ਇਹ ਬਾਬਾ ਕਹਿੰਦੇ ਬੱਚਿਆਂ ਨੇ ਦੂਜਿਆਂ ਨੂੰ ਵੀ ਸਮਝਾਉਣਾ ਹੈ। ਸ਼ਾਸਤਰ ਜੋ ਜਨਮ ਜਨਮਾਂਤਰ ਸੁਣੇ ਹਨ ਅਤੇ ਜੋ ਬਾਪ ਗਿਆਨ ਸਾਗਰ ਬਾਪ ਸਮਝਾਉਂਦੇ ਹਨ, ਉਸ ਦੀ ਭੇਂਟ ਕਰੋ ਕਿ ਸਹੀ ਕੀ ਹੈ। ਬ੍ਰਾਹਮਣ ਧਰਮ ਅਥਵਾ ਕੁਲ ਬਿਲਕੁਲ ਭੁੱਲੇ ਹੋਏ ਹਨ। ਤੁਹਾਡੇ ਪਾਸ ਵਿਰਾਟ ਰੂਪ ਦਾ ਚਿੱਤਰ ਸਹੀ ਬਣਿਆ ਹੋਇਆ ਹੈ, ਇਸ ਤੇ ਵੀ ਸਮਝਾਉਣਾ ਹੈ। ਬਾਕੀ ਇੰਨੀਆਂ ਬਾਹਾਂ ਵਾਲੇ ਚਿੱਤਰ ਜੋ ਬਣਾਏ ਹਨ, ਜਿਵੇਂ ਦੇਵੀਆਂ ਨੂੰ ਦਿੱਤਾ ਤਾਂ ਦੇਵੀਆਂ ਨੂੰ ਹਥਿਆਰ ਆਦਿ ਬੈਠ ਕੇ ਦਿੱਤੇ, ਇਹ ਸਭ ਤਾਂ ਗਲਤ ਹੈ, ਕਿਉਂਕਿ ਦੇਵੀਆਂ ਤਾਂ ਕੋਈ ਹਿੰਸਾ ਨਹੀਂ ਕਰਦੀਆਂ ਨਾ। ਤਾਂ ਇਹ ਭਗਤੀ ਮਾਰਗ ਦੇ ਚਿੱਤਰ ਹਨ। ਇਹਨਾਂ ਅੱਖਾਂ ਨਾਲ ਸਭ ਦੇਖਦੇ ਵੀ ਹਨ, ਪਰੰਤੂ ਸਮਝਦੇ ਨਹੀਂ। ਕੋਈ ਦੇ ਆਕਿਊਪੇਸ਼ਨ ਦਾ ਪਤਾ ਨਹੀਂ। ਹੁਣ ਤੁਹਾਨੂੰ ਬੱਚਿਆਂ ਨੂੰ ਆਪਣੀ ਆਤਮਾ ਦਾ ਪਤਾ ਲੱਗਿਆ ਹੈ ਅਤੇ 84 ਜਨਮਾਂ ਦਾ ਵੀ ਪਤਾ ਲੱਗਿਆ ਹੈ। ਜਿਵੇਂ ਬਾਪ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ, ਤੁਸੀਂ ਫੇਰ ਹੋਰਾਂ ਨੂੰ ਵੀ ਸਮਝਾਉਣਾ ਹੈ। ਸ਼ਿਵ ਬਾਬਾ ਤਾਂ ਸਭ ਦੇ ਕੋਲ ਨਹੀਂ ਜਾਣਗੇ ਨਾ, ਤਾਂ ਜ਼ਰੂਰ ਬਾਪ ਦੇ ਮਦਦਗਾਰ ਚਾਹੀਦੇ ਹਨ। ਇਸ ਲਈ ਤੁਹਾਡੀ ਹੈ ਈਸ਼ਵਰੀय ਮਿਸ਼ਨ। ਤੁਸੀਂ ਸਾਰਿਆਂ ਨੂੰ ਈਸ਼ਵਰ ਦਾ ਬਣਾਉਂਦੇ ਹੋ, ਸਮਝਾਉਂਦੇ ਹੋ ਕਿ ਉਹ ਸਾਡੀਆਂ ਆਤਮਾਵਾਂ ਦਾ ਬੇਹੱਦ ਦਾ ਬਾਪ ਹੈ। ਬੇਹੱਦ ਦਾ ਉਸ ਤੋਂ ਵਰਸਾ ਮਿਲਦਾ ਹੈ। ਜਿਵੇਂ ਲੌਕਿਕ ਬਾਪ ਨੂੰ ਯਾਦ ਕੀਤਾ ਜਾਂਦਾ ਹੈ, ਉਸ ਤੋਂ ਵੀ ਜ਼ਿਆਦਾ ਪਰਲੌਕਿਕ ਬਾਪ ਨੂੰ ਯਾਦ ਕਰਨਾ ਪਵੇ। ਲੌਕਿਕ ਬਾਪ ਤਾਂ ਥੋੜੇ ਦੇਰ ਦੇ ਲਈ ਸੁੱਖ ਦਿੰਦੇ ਹਨ, ਬੇਹੱਦ ਦਾ ਬਾਪ ਬੇਹੱਦ ਦਾ ਸੁੱਖ ਦਿੰਦੇ ਹਨ। ਹੁਣ ਆਤਮਾਵਾਂ ਨੂੰ ਗਿਆਨ ਮਿਲਦਾ ਹੈ। ਤੁਸੀਂ ਜਾਣਦੇ ਹੋ ਕਿ 3 ਬਾਪ ਹਨ। 3 ਬਾਪ ਕਿਹੜੇ? ਲੌਕਿਕ, ਪਰਲੌਕਿਕ ਅਤੇ ਅਲੌਕਿਕ। ਬੇਹੱਦ ਦਾ ਬਾਪ ਅਲੌਕਿਕ ਬਾਪ ਦੁਆਰਾ, ਮਾਨਾ ਬ੍ਰਹਮਾ ਬਾਬਾ ਦੁਆਰਾ ਤੁਹਾਨੂੰ ਸਮਝਾ ਰਹੇ ਹਨ। ਇਸ ਬਾਪ ਨੂੰ ਕੋਈ ਵੀ ਨਹੀਂ ਜਾਣਦੇ। ਬ੍ਰਹਮਾ ਦੀ ਬਾਇਓਗ੍ਰਾਫੀ ਦਾ ਵੀ ਕਿਸ ਕੋ ਪਤਾ ਨਹੀਂ ਹੈਗਾ।
ਉਸ ਦਾ ਆਕਿਊਪੇਸ਼ਨ ਤਾਂ ਜਾਣਨਾ ਚਾਹੀਦਾ ਹੈ ਨਾ। ਸ਼ਿਵ ਦੀ, ਸ੍ਰੀ ਕ੍ਰਿਸ਼ਨ ਦੀ ਮਹਿਮਾ ਗਾਉਂਦੇ ਹਨ, ਬਾਕੀ ਬ੍ਰਹਮਾ ਦੀ ਮਹਿਮਾ ਕਿੱਥੇ? ਨਿਰਾਕਾਰ ਬਾਪ ਨੂੰ ਜ਼ਰੂਰ ਮੂੰਹ ਤਾਂ ਚਾਹੀਦਾ ਹੈ ਨਾ, ਜਿਸ ਨਾਲ ਅੰਮ੍ਰਿਤ ਦੇਵੇ। ਅੰਮ੍ਰਿਤ ਮਾਨਾ ਗਿਆਨ ਅੰਮ੍ਰਿਤ ਦੇਣ। ਭਗਤੀ ਮਾਰਗ ਵਿੱਚ ਬਾਬਾ ਨੂੰ ਕਦੇ ਯਥਾਰਥ ਰੀਤੀ ਯਾਦ ਕਰ ਨਹੀਂ ਸਕਦੇ ਅਸਲ ਰੂਪ ਵਿੱਚ, ਕਿਉਂਕਿ ਜਾਣਦੇ ਨਹੀਂ ਨਾ। ਹੁਣ ਤੁਸੀਂ ਜਾਣਦੇ ਹੋ, ਸਮਝਦੇ ਹੋ, ਸ਼ਿਵ ਬਾਬਾ ਦਾ ਇਹ ਰੱਥ ਹੈ। ਰੱਥ ਨੂੰ ਵੀ ਤਾਂ ਸ਼ਿੰਗਾਰ ਕਰਦੇ ਹਨ ਨਾ। ਤਾਂ ਬਾਬਾ ਕਹਿੰਦੇ ਹਨ, ਬੱਚੇ ਪਵਿੱਤਰ ਬਣੋ, ਪਾਵਨ ਬਣੋ। ਤੁਸੀਂ ਪੁਕਾਰਦੇ ਹੋ ਨਾ ਕਿ ਹੇ ਪਤਿਤ ਪਾਵਨ ਆਓ। ਤਾਂ ਗੀਤਾ ਦੇ ਵਿੱਚ ਵੀ ਮਨਮਨਾ ਭਵ ਅੱਖਰ ਹਨ, ਪਰੰਤੂ ਉਸ ਦੀ ਸਮਝਾਉਣੀ ਕਿਸੇ ਦੇ ਕੋਲ ਨਹੀਂ ਹੈ। ਬਾਪ ਆਤਮਾ ਦਾ ਗਿਆਨ ਵੀ ਕਿੰਨਾ ਕਲੀਅਰ ਕਰਕੇ ਸਮਝਾਉਂਦੇ ਹਨ। ਕੋਈ ਸ਼ਾਸਤਰ ਵਿੱਚ ਇਹ ਗੱਲਾਂ ਨਹੀਂ ਹਨ। ਬੇਸ਼ੱਕ ਕਹਿੰਦੇ ਹਨ ਆਤਮਾ ਬਿੰਦੀ ਹੈ, ਭਿਰਕੁਟੀ ਦੇ ਵਿੱਚ ਮਾਨਾ ਮੱਥੇ ਦੇ ਵਿੱਚ ਇੱਕ ਸਿਤਾਰਾ ਚਮਕਦਾ ਹੈ, ਪਰੰਤੂ ਅਸਲ ਵਿੱਚ ਕਿਸੇ ਦੀ ਬੁੱਧੀ ਵਿੱਚ ਵੀ ਨਹੀਂ ਹੈ। ਇਹ ਵੀ ਜਾਣਨਾ ਹੈ। ਕਲਯੁਗ ਵਿੱਚ ਹੈ ਹੀ ਅਸत्य, ਸਤਯੁਗ ਵਿੱਚ ਸਾਰਾ ਹੀ ਸੱਚ ਹੈ। ਭਗਤੀ ਮਾਰਗ ਵਿੱਚ ਮਨੁੱਖ ਸਮਝਦੇ ਹਨ ਇਹ ਸਭ ਈਸ਼ਵਰ ਦੇ ਮਿਲਣ ਦੇ ਰਸਤੇ ਹਨ, ਪਰੰਤੂ ਤੁਸੀਂ ਪਹਿਲਾਂ ਫਾਰਮ ਭਰਾਉਂਦੇ ਹੋ, ਇੱਥੇ ਕਿਉਂ ਆਏ ਹੋ? ਇਸ ਤੋਂ ਵੀ ਤੁਸੀਂ ਬੇਹੱਦ ਦਾ ਪਰਿਚੈ ਦੇਣਾ ਹੈ। ਪੁੱਛਦੇ ਹੋ ਆਤਮਾ ਦਾ ਬਾਪ ਕੌਣ ਹੈ? ਤਾਂ ਸਰਵਿਆਪੀ ਕਹਿਣ ਨਾਲ ਤਾਂ ਕੋਈ ਅਰਥ ਨਹੀਂ ਨਿਕਲਦਾ ਨਾ। ਤਾਂ ਸਭ ਦਾ ਬਾਪ ਕੌਣ ਹੈ? ਇਹ ਹੈ ਮੁੱਖ ਗੱਲ। ਆਪਣੇ ਆਪਣੇ ਘਰ ਵਿੱਚ ਵੀ ਤੁਸੀਂ ਸਮਝਾ ਸਕਦੇ ਹੋ, ਕਿਉਂਕਿ ਘਰ ਦੇ ਵਿੱਚ ਕੋਈ ਮਿੱਤਰ ਸੰਬੰਧੀ ਆਉਂਦੇ, ਕੋਈ ਦੋਸਤ ਆਉਂਦੇ, ਕੋਈ ਵੀ ਆਉਂਦੇ, ਤਾਂ ਬਾਬਾ ਕਹਿੰਦੇ ਤੁਸੀਂ ਘਰ ਦੇ ਵਿੱਚ ਵੀ ਸੇਵਾ ਕਰ ਸਕਦੇ ਹੋ। ਮਾਨਾ ਜੋ ਵੀ ਆਵੇ ਉਸ ਨੂੰ ਸਮਝਾਵੋ। ਇੱਕ ਦੋ ਮੁੱਖ ਚਿੱਤਰ, ਸੀੜੀ, ਤ੍ਰਿਮੂਰਤੀ, ਝਾੜ, ਇਹ ਬਹੁਤ ਜ਼ਰੂਰੀ ਹਨ। ਝਾੜ ਵਿੱਚ ਸਾਰੇ ਧਰਮਾਂ ਬਾਰੇ ਸਮਝ ਸਕਦੇ ਹਨ ਕਿ ਸਾਡਾ ਧਰਮ ਕਦੋਂ ਸ਼ੁਰੂ ਹੋਇਆ। ਅਸੀਂ ਇਸ ਧਰਮ ਨਾਲ ਸਵਰਗ ਵਿੱਚ ਜਾ ਸਕਦੇ ਹਾਂ। ਜੋ ਆਉਂਦੇ ਹੀ ਪਿੱਛੇ ਹਨ ਉਹ ਤਾਂ ਸਵਰਗ ਵਿੱਚ ਨਹੀਂ ਜਾ ਸਕਣਗੇ ਨਾ, ਬਾਕੀ ਸ਼ਾਂਤੀ ਧਾਮ ਵਿੱਚ ਜਾ ਸਕਾਂਗੇ। ਝਾੜ ਵਿੱਚ ਵੀ ਬਹੁਤ ਸਪਸ਼ਟ ਹੁੰਦਾ ਹੈ, ਜੋ ਜੋ ਧਰਮ ਪਿੱਛੇ ਆਏ ਹਨ ਉਹਨਾਂ ਦੀਆਂ ਆਤਮਾਵਾਂ ਜ਼ਰੂਰ ਉੱਪਰ ਵਿੱਚ ਜਾ ਕੇ ਵਿਰਾਜਮਾਨ ਹੋਣਗੀਆਂ। ਤੁਹਾਡੀ ਬੁੱਧੀ ਵਿੱਚ ਸਾਰਾ ਫਾਊਂਡੇਸ਼ਨ ਲਗਾਇਆ ਜਾਂਦਾ ਹੈ। ਬਾਬਾ ਕਹਿੰਦੇ ਹਨ ਆਦਿ ਸਨਾਤਨ ਦੇਵੀ ਦੇਵਤਾ ਧਰਮ ਦਾ ਕਲਮ ਤਾਂ ਲੱਗਿਆ, ਫਿਰ ਝਾੜ ਦੇ ਪੱਤੇ ਵੀ ਤੁਹਾਨੂੰ ਬਣਾਉਣੇ ਹਨ। ਪੱਤੇ ਬਿਗਰ ਤਾਂ ਝਾੜ ਨਹੀਂ ਹੋਵੇਗਾ ਨਾ। ਇਸ ਲਈ ਬਾਬਾ ਪੁਰਸ਼ਾਰਥ ਕਰਾਉਂਦੇ ਰਹਿੰਦੇ ਹਨ ਆਪ ਸਮਾਨ ਬਣਾਉਣ ਦੇ ਲਈ, ਅਤੇ ਹੋਰ ਧਰਮ ਵਾਲਿਆਂ ਨੂੰ ਪੱਤੇ ਨਹੀਂ ਬਣਾਉਣੇ ਪੈਂਦੇ। ਉਹ ਤਾਂ ਉੱਪਰ ਤੋਂ ਆਉਂਦੇ ਹਨ, ਫਾਊਂਡੇਸ਼ਨ ਲਗਾਉਂਦੇ ਹਨ, ਫਿਰ ਪੱਤੇ ਪਿੱਛੇ ਉੱਪਰ ਤੋਂ ਆਉਂਦੇ ਜਾਂਦੇ ਹਨ। ਮਾਨਾ ਉਹਨਾਂ ਦੇ ਜਿਹੜੇ ਫਾਲੋਅਰਸ ਆਤਮਾਵਾਂ ਨੇ ਉਹ ਫਿਰ ਆਉਂਦੀਆਂ ਜਾਂਦੀਆਂ ਹਨ। ਔਰ ਧਰਮ ਵਾਲਿਆਂ ਨੂੰ ਬਾਬਾ ਕਹਿੰਦੇ ਫਿਰ ਝਾੜ ਵੀ ਵ੍ਰਿੱਧੀ ਦੇ ਲਈ ਇਹ ਪ੍ਰਦਰਸ਼ਨੀ ਆਦਿ ਕਰਦੇ ਹੋ, ਇਸ ਵਿੱਚ ਪੱਤੇ ਲੱਗਦੇ ਹਨ। ਫਿਰ ਕਈ ਬੱਚੇ ਬਣ ਜਾਂਦੇ ਹਨ। ਬਾਬਾ ਕਹਿੰਦੇ ਫਿਰ ਕਈ ਤੂਫਾਨ ਵੀ ਲੱਗਣ ਨਾਲ ਗਿਰ ਜਾਂਦੇ ਹਨ, ਮੁਰਝਾ ਜਾਂਦੇ ਹਨ। ਤਾਂ ਇਹ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਇਸ ਵਿੱਚ ਲੜਾਈ ਆਦਿ ਦੀ ਕੋਈ ਗੱਲ ਨਹੀਂ ਹੈ, ਸਿਰਫ ਬਾਪ ਨੂੰ ਯਾਦ ਕਰਨਾ ਹੈ ਅਤੇ ਕਰਾਉਣਾ ਹੈ। ਤੁਸੀਂ ਸਭ ਨੂੰ ਕਹਿੰਦੇ ਹੋ ਅਤੇ ਜੋ ਵੀ ਰਚਨਾ ਹੈ ਉਸ ਨੂੰ ਛੱਡੋ। ਬਾਬਾ ਕਹਿੰਦੇ ਰਚਨਾ ਤੋਂ ਕਦੇ ਵਰਸਾ ਨਹੀਂ ਮਿਲ ਸਕਦਾ, ਭਟਕਣਾ ਨਹੀਂ ਚਾਹੀਦਾ। ਦੇਹਧਾਰੀ ਕਦੇ ਕਿਸੇ ਨੂੰ ਵਰਸਾ ਨਹੀਂ ਦੇ ਸਕਦੀ। ਰਚయిਤਾ ਬਾਪ ਨੂੰ ਹੀ ਯਾਦ ਕਰਨਾ ਹੈ, ਹੋਰ ਕਿਸ ਦੀ ਵੀ ਯਾਦ ਨਾ ਆਵੇ। ਬਾਪ ਦਾ ਬਣ ਕੇ ਗਿਆਨ ਵਿੱਚ ਆ ਕੇ ਜੇਕਰ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਉਸ ਦਾ ਬੋਝਾ ਸਿਰ ਤੇ ਬਹੁਤ ਚੜਦਾ ਹੈ। ਬਾਪ ਪਾਵਨ ਬਣਾਉਂਦੇ ਹਨ ਅਤੇ ਫਿਰ ਕੋਈ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਜੋ ਹੋਰ ਹੀ ਪਤਿਤ ਬਣ ਜਾਂਦੇ ਹਨ। ਇਸ ਲਈ ਬਾਬਾ ਕਹਿੰਦੇ ਬੱਚੇ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ ਜੋ ਘਾਟਾ ਪੈ ਜਾਵੇ। ਬਾਬਾ ਦੀ ਗਲਾਨੀ ਹੁੰਦੀ ਹੈ ਨਾ,
ਇਸ ਤਰ੍ਹਾਂ ਦਾ ਕਰਮ ਨਹੀਂ ਕਰੋ ਜੋ ਵਿਕਰਮ ਜ਼ਿਆਦਾ ਹੋ ਜਾਵੇ। ਬਾਬਾ ਕਹਿੰਦੇ ਪਰਹੇਜ਼ ਵੀ ਰੱਖਣੀ ਹੈ। ਦਵਾਈ ਵਿੱਚ ਵੀ ਤਾਂ ਪਰਹੇਜ਼ ਰੱਖੀ ਜਾਂਦੀ ਹੈ ਨਾ। ਡਾਕਟਰ ਕਹੇ ਹੈ ਖਟਾਈ ਆਦਿ ਨਹੀਂ ਖਾਣਾ ਤਾਂ ਮੰਨਣਾ ਚਾਹੀਦਾ ਹੈ ਨਾ। ਇਸੇ ਤਰ੍ਹਾਂ ਕਰਮ ਇੰਦਰੀਆਂ ਨੂੰ ਵੀ ਵਸ਼ ਕਰਨਾ ਪੈਂਦਾ ਹੈ। ਜੇਕਰ ਛਿਪਾ ਕੇ ਖਾਂਦੇ ਹੋ ਤਾਂ ਫਿਰ ਦਵਾਈ ਦਾ ਅਸਰ ਨਹੀਂ ਹੋਵੇਗਾ। ਇਹਦੇ 'ਚ ਡਾਕਟਰ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ, ਤਾਂ ਆਪਣਾ ਪਰਹੇਜ਼ ਰੱਖਣਾ ਹੈ। ਇਸ ਨੂੰ ਕਿਹਾ ਜਾਂਦਾ ਹੈ ਅਸਕਤੀ, ਮਾਨਾ ਇੱਕ ਹਰ ਚੀਜ਼ ਦੇ ਵਿੱਚ ਅਸਕਤੀ। ਬਾਬਾ ਵੀ ਸਿੱਖਿਆ ਦਿੰਦੇ ਹਨ ਕਿ ਬੱਚੇ ਇਹ ਨਹੀਂ ਕਰੋ। ਸਰਜਨ ਹੈ ਨਾ, ਲਿਖਦੇ ਹਨ ਬਾਬਾ ਮਨ ਵਿੱਚ ਬਹੁਤ ਸੰਕਲਪ ਆਉਂਦੇ ਹਨ। ਬਾਬਾ ਕਹਿੰਦੇ ਬੱਚੇ ਖਬਰਦਾਰ ਰਹਿਣਾ, ਗੰਦੇ ਸੁਪਨੇ, ਮਨਸਾ ਵਿੱਚ ਸੰਕਲਪ ਆਦਿ ਬਹੁਤ ਆਉਣਗੇ, ਇਸ ਤੋਂ ਡਰਨਾ ਨਹੀਂ ਹੈ। ਸਤਯੁਗ ਤ੍ਰੇਤਾ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਤੁਸੀਂ ਜਿੰਨਾ ਅੱਗੇ ਜਾਂਦੇ ਜਾਵੋਗੇ, ਸਿਲਵਰ ਏਜ ਤੱਕ ਪਹੁੰਚੋਗੇ ਤਾਂ ਕਰਮ ਇੰਦਰੀਆਂ ਦੀ ਚੰਚਲਤਾ ਵੀ ਬੰਦ ਹੋ ਜਾਵੇਗੀ। ਕਰਮ ਇੰਦਰੀਆਂ ਵਸ਼ ਹੋ ਜਾਣਗੀਆਂ। ਸਤਯੁਗ ਤ੍ਰੇਤਾ ਵਿੱਚ ਵਸ਼ ਸੀ ਨਾ, ਤਾਂ ਬਾਬਾ ਕਹਿੰਦੇ ਤੁਸੀਂ ਫਿਰ ਸਤਯੁਗ ਦੀ ਅਵਸਥਾ ਵਿੱਚ ਆਓਗੇ ਤਾਂ ਸਤੋ ਪ੍ਰਧਾਨ ਬਣ ਜਾਓਗੇ ਅਤੇ ਕਰਮ ਇੰਦਰੀਆਂ ਵੀ ਵਸ਼ ਹੋ ਜਾਣਗੀਆਂ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ, ਇੱਕ ਬਾਪ ਤੋਂ ਹੀ ਸੁਣਨਾ ਹੈ। ਇੱਕ ਦੀ ਹੀ ਅਵਿਭਚਾਰੀ ਯਾਦ ਵਿੱਚ ਰਹਿਣਾ ਹੈ। ਇਸ ਸਰੀਰ ਦੀ ਵੀ ਸੰਭਾਲ ਰੱਖਣੀ ਹੈ, ਪਰੰਤु ਮਮਤਵ ਮਨਾ ਮੋਹ ਨਹੀਂ ਰੱਖਣਾ ਹੈ। ਸੰਭਾਲ ਕਰਨੀ ਹੈ ਪਰੰਤु ਮੋਹ ਨਹੀਂ ਰੱਖਣਾ ਹੈ। ਦੂਸਰਾ, ਬਾਬਾ ਨੇ ਜੋ ਪਰਹੇਜ਼ ਦੱਸੀ ਹੈ ਉਸ ਨੂੰ ਪੂਰਾ ਪਾਲਨ ਕਰਨਾ ਹੈ। ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਹੈ ਜੋ ਬਾਪ ਦੀ ਗਲਾਨੀ ਹੋਵੇ, ਪਾਪ ਦਾ ਖਾਤਾ ਬਣੇ। ਆਪਣੇ ਨੂੰ ਘਾਟੇ ਵਿੱਚ ਨਹੀਂ ਪਾਉਣਾ ਹੈ। ਵਰਦਾਨ ਹੈ, ਆਪਣੀ ਵਿਸ਼ਾਲ ਬੁੱਧੀ ਰੂਪੀ ਤਜ਼ੋਰੀ ਵਿੱਚ ਗਿਆਨ ਰਤਨਾਂ ਦਾ ਦਾਨ ਕਰਨ ਵਾਲੇ ਮਹਾਦਾਨੀ ਭਵ। ਬੁੱਧੀ ਸਾਰੀ ਕਰਮਿੰਦਰੀਆਂ ਵਿੱਚ ਸ਼੍ਰੋਮਣੀ ਗਾਈ ਜਾਂਦੀ ਹੈ। ਜੋ ਵਿਸ਼ਾਲ ਬੁੱਧੀ ਹਨ, ਅਰਥਾਤ ਜਿਨ੍ਹਾਂ ਦੀ ਬੁੱਧੀ ਸਾਲਿਮ ਹੈ, ਉਹਨਾਂ ਦਾ ਮਸਤਕ ਮੱਥਾ ਸਦਾ ਚਮਕਦਾ ਰਹਿੰਦਾ ਹੈ, ਕਿਉਂਕਿ ਬੁੱਧੀ ਰੂਪੀ ਤਜ਼ੋਰੀ ਵਿੱਚ ਸਾਰਾ ਗਿਆਨ ਭਰਿਆ ਹੋਇਆ ਹੈ। ਉਹ ਆਪਣੇ ਬੁੱਧੀ ਰੂਪੀ ਤਜ਼ੋਰੀ ਵਿੱਚੋਂ ਗਿਆਨ ਰਤਨਾਂ ਦਾ ਦਾਨ ਕਰਕੇ ਮਹਾਦਾਨੀ ਬਣ ਜਾਂਦੇ ਹਨ। ਤੁਸੀਂ ਬੁੱਧੀ ਨੂੰ ਸਦਾ ਗਿਆਨ ਦਾ ਭੋਜਨ ਦਿੰਦੇ ਰਹੋ। ਬੁੱਧੀ ਜੇਕਰ ਗਿਆਨ ਬਲ ਨਾਲ ਭਰਪੂਰ ਹੈ ਤਾਂ ਪ੍ਰਕਿਰਤੀ ਨੂੰ ਵੀ ਯੋਗ ਬਲ ਨਾਲ ਠੀਕ ਕਰ ਲੈਂਦੀ ਹੈ। ਸਤੋ ਪ੍ਰਧਾਨ ਬੁੱਧੀ ਵਾਲੇ ਸੰਪੂਰਨ ਗਿਆਨ ਨਾਲ ਸਰਵੋਤਮ ਕਮਾਈ ਕਰ ਵੈਕੁੰਠ ਦੀ ਬਾਦਸ਼ਾਹੀ ਪ੍ਰਾਪਤ ਕਰਦੇ ਹਨ। ਸਲੋਗਨ ਹੈ, ਸ਼ਕਤੀ ਸਰੂਪ ਸਥਿਤੀ ਦਾ ਅਨੁਭਵ ਕਰਨਾ ਹੈ ਤਾਂ ਸੰਕਲਪਾਂ ਦੀ ਗਤੀ ਨੂੰ ਧੈਰਯਵਤ ਮਾਨਾ ਇੱਕਦਮ ਧੀਰਜ ਤਾਂ ਧੈਰਯਵਤ ਬਣਾਓ। ਅੱਛਾ, ਓਮ ਸ਼ਾਂਤੀ।